ਕਾਂਗਰਸ ਸਰਕਾਰ ਦੇ ਵਿੱਚ ਕੁਝ ਵੀ ਹੋਇਆ ਸਾਨੂੰ ਪਤਾ ਨਹੀਂ ਹੈਗਾ, ਹੈ ਨਾ। ਪੇਪਰ ਕਿਸੇ ਵਜ੍ਹਾ ਕਰਕੇ ਪੇਪਰ ਕਨੈਕਟ ਨਹੀਂ ਹੋਇਆ। ਉਹਦੇ ਵਿੱਚ ਕੁਝ ਕੈਂਡੀਡੇਟਸ ਨੇਗੇ, ਉਹ ਟੌਪ ਰੈਂਕਰਸ ਦੇ ਵਿੱਚ ਵੀ ਉਹ ਸ਼ੱਕੀ ਨੇਗੇ। ਸੋ ਇਹ ਸਾਰਾ ਪੇਪਰ ਕੈਂਸਲ ਕਰੋ, ਠੀਕ ਹੈ ਜੀ। ਅਸੀਂ ਤਾਂ ਇਹ ਵੀ ਕਹਿੰਦੇ ਵੀ ਜਿਹੜੇ ਬਾਕੀ ਬੱਚੇ ਆ ਸਾਡੀ ਵੀ ਚੰਗੀ ਤਰ੍ਹਾਂ ਪੁਲਿਸ ਇਨਵੈਸਟੀਗੇਸ਼ਨ ਕਰੇ। ਆਪੋਜੀਸ਼ਨ ਪਾਰਟੀਜ਼ ਕਹਿ ਰਹੇ ਨੇ ਕੈਂਸਲ ਕਰ ਦਿਓ, ਉਹਦੇ 'ਚ ਹੁਣ ਸਾਡਾ ਕੀ ਕਸੂਰ ਹੈ ਜੀ। ਅਸੀਂ ਜਿਹੜੇ ਇੱਥੇ ਪਹੁੰਚੇ ਹਾਂ ਪੇਪਰ ਦੇਣ ਵਾਸਤੇ ਨਾ ਜੀ, 2 ਸਾਲ ਪੇਪਰ ਨਿਕਲਣ ਹੋ ਗਏ, 5 ਸਾਲ ਸਾਨੂੰ ਮਿਹਨਤ ਕਰਦੇ ਨੂੰ ਹੋ ਗਏ। ਅਸੀਂ ਹਰ ਤਰ੍ਹਾਂ ਦੀ ਇੰਟਰੋਗੇਸ਼ਨ ਲਈ ਇਨਵੈਸਟੀਗੇਸ਼ਨ ਲਈ ਤਿਆਰ ਹਾਂ। ਸਾਨੂੰ ਪ੍ਰੋਪਰ ਫਿਲਟਰ ਆਊਟ ਕਰਕੇ ਕੱਢਿਆ ਜਾਵੇ। ਜਿਹੜੇ ਬੱਚਿਆਂ ਨੇ ਚੀਟਿੰਗ ਕੀਤੀ ਹੈ ਉਹਨਾਂ ਨੂੰ ਅਲੱਗ ਕਰਕੇ ਜਿਹੜੇ ਜੈਨੂਇਨ ਕੈਂਡੀਡੇਟਸ ਨੇ ਉਹਨਾਂ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ ਤੇ ਸਾਡੀ ਜੁਆਇਨਿੰਗ ਜਲਦੀ ਕਰਵਾਈ ਜਾਵੇਗੀ। ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ, ਮੈਂ ਹਾਂ ਅਨੂਜਾ ਸ਼ਰਮਾ। ਕੁਝ ਦਿਨ ਪਹਿਲਾਂ ਜਿਹੜਾ ਇੱਕ ਨਾਇਬ ਤਹਿਸੀਲਦਾਰਾਂ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਸਕੈਮ ਦੱਸਿਆ ਜਾ ਰਿਹਾ ਸੀ। ਉਹਦੇ ਬਾਰੇ ਸਾਰੇ ਪੱਖ ਤੁਹਾਨੂੰ ਸੁਣਾਏ, ਉਹ ਨੌਜਵਾਨਾਂ ਦੇ ਵੀ ਜਿਨ੍ਹਾਂ ਨੇ ਇਸ ਨਕਾਬ ਨੂੰ ਜਿਹੜਾ ਆ ਬੇਨਕਾਬ ਕੀਤਾ। ਉਸ ਤੋਂ ਬਾਅਦ ਪੋਲੀਟੀਕਲ ਵਰਜ਼ਨ ਵੀ ਤੁਹਾਨੂੰ ਸੁਣਾਏ ਤੇ ਇਸ ਵਕਤ ਜਿਹੜੀ ਮੌਜੂਦਾ ਸਰਕਾਰ ਹੈ ਉਹਦਾ ਕੀ ਕਹਿਣਾ ਆ ਉਹ ਵੀ ਤੁਹਾਡੇ ਤੱਕ ਲੈ ਕੇ ਆਂਦਾ। 5 ਲੋਕ ਇਸ ਸਕੈਮ ਦੇ ਵਿੱਚ ਚੀਟਿੰਗ ਕਰਾਉਣ ਦੇ ਆਰੋਪ ਹੇਠ ਗ੍ਰਿਫਤਾਰ ਹੋ ਚੁੱਕੇ ਨੇ, ਲੇਕਿਨ ਪੂਰੀਆਂ 78 ਜਿਹੜੀਆਂ ਨੇ ਉਹ ਕਲੀਅਰ ਹੋਏ ਸੀਗੇ ਔਰ ਉਹਨਾਂ ਦੀਆਂ ਪੋਜੀਸ਼ਨਸ ਆਈਆਂ ਸੀ, ਉਹਨਾਂ ਨੂੰ ਭਰਤੀਆਂ ਜਿਹੜੀਆਂ ਸੀ ਉਹਨਾਂ ਦੀਆਂ ਹੋਣੀਆਂ ਨੇ। ਜੇਕਰ ਉਹਨਾਂ ਦੀ ਗੱਲ ਕਰੀਏ, ਹਰ ਪੱਖ ਸੁਣਾ ਦਿੱਤਾ, ਲੇਕਿਨ ਉਹ 12 ਲੋਕ ਜਿਨ੍ਹਾਂ ਤੇ ਆਰੋਪ ਲੱਗੇ ਸੀਗੇ ਉਹਨਾਂ ਤੋਂ ਇਲਾਵਾ ਜਿਹੜੇ ਕੈਂਡੀਡੇਟਸ ਨੇ ਸਿਲੈਕਟਡ, ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ। ਉਹਨਾਂ ਦਾ ਪੱਖ ਇਹ ਹੈ ਕਿ ਜੇਕਰ ਗਲਤੀ 12 ਨੇ ਕੀਤੀ ਤੇ ਫਿਰ ਸਾਡਾ ਕੀ ਕਸੂਰ ਹੈ, ਸਾਨੂੰ ਸਜ਼ਾ ਕਿਉਂ ਮਿਲ ਰਹੀ ਹੈ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਿੱਧੇ ਤੌਰ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਵਰਜਨ ਹੈ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਜਿਹੜੇ ਪੇਪਰ ਹੋਏ ਚੀਟਿੰਗ ਉਹਦੇ ਵਿੱਚ ਹੋਈ, ਇਹ ਚੀਜ਼ਾਂ ਸਾਹਮਣੇ ਆ ਗਈਆਂ। ਤੁਹਾਨੂੰ ਕੀ ਸਫ਼ਰ ਕਰਨਾ ਪੈ ਰਿਹਾ ਇਹਦੇ ਵਿੱਚ? ਸਤਿ ਸ਼੍ਰੀ ਅਕਾਲ ਜੀ। ਅਸੀਂ ਸਾਰੇ ਇੱਥੇ ਜਿਹੜੇ ਅੱਜ ਇਕੱਠੇ ਹੋਏ ਹਾਂ, ਅਸੀਂ ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਸਿਲੈਕਟਡ ਕੈਂਡੀਡੇਟਸ ਹਾਂ। ਸਰ ਇਹ ਪੇਪਰ 2020 ਦੇ ਵਿੱਚ ਨਿਕਲਿਆ ਸੀਗਾ। ਪੇਪਰ ਨਿਕਲਣ ਤੋਂ ਬਾਅਦ ਮੈਮ ਇਹਦੇ ਵਿੱਚ 1.5 ਸਾਲ ਤੱਕ ਪੇਪਰ ਕਨੈਕਟ ਨਹੀਂ ਕੀਤਾ ਗਿਆ, ਠੀਕ ਹੈ ਜੀ। ਚਲੋ ਕਾਂਗਰਸ ਸਰਕਾਰ ਦੇ ਵਿੱਚ ਕੁਝ ਵੀ ਹੋਇਆ ਸਾਨੂੰ ਪਤਾ ਨਹੀਂ ਹੈਗਾ, ਹੈ ਨਾ। ਪੇਪਰ ਕਿਸੇ ਵਜ੍ਹਾ ਕਰਕੇ ਪੇਪਰ ਕਨੈਕਟ ਨਹੀਂ ਹੋਇਆ। ਇਹ ਗਵਰਨਮੈਂਟ ਆਈ, ਇਹਨਾਂ ਨੇ ਆਉਣ ਸਾਰ ਸਾਡਾ ਸਭ ਤੋਂ ਪਹਿਲਾਂ ਪੇਪਰ ਇਹ ਲਿਆ, ਠੀਕ ਹੈ ਜੀ। ਇਹ ਕਿਉਂਕਿ ਇਸ ਪੇਪਰ ਸਾਨੂੰ ਜਿੰਨਾ ਕੁ ਪਤਾ ਲੱਗਿਆ, ਗਵਰਨਮੈਂਟ ਮਾਨ ਸਾਹਿਬ ਨੇ, CM ਸਾਹਿਬ ਨੇ ਸਾਡੇ ਉੱਥੇ ਸਮਰਾਲਾ ਜਾ ਕੇ ਇੱਕ ਵੀਡੀਓ ਉੱਥੇ ਜਾ ਕੇ ਸਾਨੂੰ ਬਾਹਰ ਆਈ ਸੀਗੀ ਵੀ ਇਸ ਫੀਲਡ ਦੇ ਵਿੱਚ ਬਹੁਤ ਪੈਂਡੈਂਸੀ ਹੈ, ਮਤਲਬ ਬਹੁਤ ਜ਼ਿਆਦਾ ਵੈਕੈਂਸੀ ਹੈ, ਸਾਨੂੰ ਚਾਹੀਦੇ ਆ ਬੰਦੇ, ਚਾਹੀਦੇ ਆ, ਹੈ ਨਾ ਜੀ। ਤਾਂ ਕਰਕੇ ਪੇਪਰ ਨੂੰ ਬਹੁਤ ਪ੍ਰਾਇੋਰਟੀ 'ਤੇ ਲੈ ਕੇ ਪੇਪਰ ਕਨੈਕਟ ਕੀਤਾ। ਦੇਖੋ ਜੀ, ਅਸੀਂ ਸਾਰੇ ਬੱਚੇ ਇੱਥੇ ਮਿਹਨਤ ਕਰਕੇ ਪਿਛਲੇ 2 ਸਾਲ ਦਾ ਪੇਪਰ ਨਿਕਲਣ ਨੂੰ ਹੋ ਗਏ, ਉਸ ਤੋਂ 4-5 ਸਾਲ ਪਹਿਲਾਂ ਦੇ ਅਸੀਂ ਮਿਹਨਤ ਕਰਕੇ ਇੱਥੇ ਪਹੁੰਚੇ ਹਾਂ, ਠੀਕ ਹੈ ਜੀ। ਸਾਨੂੰ ਇਹਦੇ ਵਿੱਚ ਸੁਣਨ 'ਚ ਆਇਆ ਸੀਗਾ ਵੀ ਹਾਂਜੀ, ਜਦੋਂ ਰਿਜ਼ਲਟ ਆਇਆ ਵੀ ਟੌਪ ਦੇ ਵਿੱਚ ਕੁਝ ਕੈਂਡੀਡੇਟਸ ਨੇਗੇ, ਉਹ ਟੌਪ ਰੈਂਕਰਸ ਦੇ ਵਿੱਚ ਵੀ ਉਹ ਸ਼ੱਕੀ ਨੇਗੇ ਵੀ ਉਹ ਬੰਦੇ ਸਹੀ ਨਹੀਂ ਹੈਗੇ, ਵੀ ਕੁਝ ਗਲਤ ਤਰੀਕੇ ਨਾਲ ਅੰਦਰ ਐਂਟਰ ਕੀਤੇ ਨੇ। ਚਲੋ ਪਿਛਲੇ ਦਿਨੀ ਪੰਜਾਬ ਪੁਲਿਸ ਤੋਂ ਦੁਬਾਰਾ ਕਾਨਫਰੰਸ ਕੀਤੀ, ਜਦੋਂ ਸਾਨੂੰ ਉਹ ਸ਼ੱਕ ਕਲੀਅਰ ਹੋਇਆ ਵੀ ਹਾਂਜੀ ਉਹ ਬੰਦੇ ਵਾਕਈ ਹੈਗੇ ਨੇ ਕੁਝ, ਠੀਕ ਹੈ ਜੀ। ਜਦੋਂ ਉਹ ਬੰਦੇ ਸਾਹਮਣੇ ਆਏ ਤਾਂ ਇੱਕ ਅਪੀਲ ਉੱਠ ਰਹੀ ਹੈ ਹੁਣ ਇਸ ਮੁੱਦੇ ਉੱਤੇ ਬਹੁਤ ਪੋਲੀਟਿਕਸ ਹੋ ਰਹੀ, ਸਾਰਾ ਪੇਪਰ ਕੈਂਸਲ ਕਰੋ, ਠੀਕ ਹੈ ਜੀ। ਅਸੀਂ ਮੰਨਿਆ ਉਹ ਠੀਕ ਹੈ ਜੀ, ਉਹ ਬੰਦੇ ਗਲਤ ਆ ਗਏ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਰ ਉਹਦੇ ਵਿੱਚ ਸਾਡਾ ਕੀ ਕਸੂਰ ਹੈ ਜੀ। ਜਿਹੜੇ 78 ਦੇ ਵਿੱਚ ਅਸੀਂ ਬਾਕੀ ਬੰਦੇ ਆ, ਜੇ ਉਹ 12 ਕਹਿੰਦੇ ਨੇ, ਵੈਸੇ ਤਾਂ ਨਿਊਜ਼ਪੇਪਰ ਦੇ ਵਿੱਚ 9 ਬੰਦਿਆਂ ਦਾ ਨਾਮ ਆਇਆ ਹੁਣ ਤੱਕ, 9 ਕੈਂਡੀਡੇਟਸ ਦਾ ਨਾਮ ਆਇਆ। ਜਿਹੜੇ ਬਾਕੀ ਬੰਦੇ ਨੇਗੇ ਉਹ ਤਾਂ ਸਾਰੇ ਸਹੀ ਨੇ ਨਾ ਜੀ। ਮਤਲਬ ਅਸੀਂ ਤਾਂ ਖੁਦ ਚਾਹੁੰਦੇ ਹਾਂ ਵੀ ਹਾਂਜੀ ਇਹ ਇੱਕ ਰਿਸਪੌਂਸੀਬਲ ਸੀਟ ਹੈ ਨਾਇਬ ਤਹਿਸੀਲਦਾਰ ਦੀ, ਵੀ ਜਿਹੜਾ ਵੀ ਬੰਦਾ ਇੱਥੇ ਆਵੇ ਬਹੁਤ ਹੀ ਪੁਣ ਕੇ, ਚੰਗੀ ਤਰ੍ਹਾਂ ਮਿਹਨਤ ਕਰਕੇ, ਚੰਗੀ ਤਰ੍ਹਾਂ ਉਹਦੀ ਸਕਰੂਟਨੀ ਕੀਤੀ ਜਾਵੇ। ਸਗੋਂ ਅਸੀਂ ਤਾਂ ਇਹ ਵੀ ਕਹਿੰਦੇ ਹਾਂ ਵੀ ਜਿਹੜੇ ਬਾਕੀ ਬੱਚੇ ਆ ਸਾਡੀ ਵੀ ਚੰਗੀ ਤਰ੍ਹਾਂ ਪੁਲਿਸ ਇਨਵੈਸਟੀਗੇਸ਼ਨ ਕਰੇ। ਬਿਲਕੁਲ ਸਹੀ ਬੰਦਾ ਇੱਥੇ ਆਉਣਾ ਚਾਹੀਦਾ ਹੈਗਾ, ਠੀਕ ਹੈ ਜੀ। ਹੁਣ ਜਿਹੜੇ ਅਸੀਂ ਮਿਹਨਤ ਕਰਕੇ ਆਏ, ਲੋਕੀ ਕਹਿ ਰਹੇ ਇਹਨੂੰ ਕੈਂਸਲ ਕਰ ਦਿਓ, ਆਪੋਜੀਸ਼ਨ ਪਾਰਟੀਜ਼ ਕਹਿ ਰਹੇ ਨੇ ਕੈਂਸਲ ਕਰ ਦਿਓ, ਉਹਦੇ 'ਚ ਹੁਣ ਸਾਡਾ ਕੀ ਕਸੂਰ ਹੈ ਜੀ। ਅਸੀਂ ਜਿਹੜੇ ਇੱਥੇ ਪਹੁੰਚੇ ਹਾਂ ਪੇਪਰ ਦੇਣ ਵਾਸਤੇ ਨਾ ਜੀ, 2 ਸਾਲ ਪੇਪਰ ਨਿਕਲਣ ਹੋ ਗਏ, 5 ਸਾਲ ਸਾਨੂੰ ਮਿਹਨਤ ਕਰਦੇ ਨੂੰ ਹੋ ਗਏ। ਈਵਨ ਅਸੀਂ ਰਿਕਾਰਡ ਵੀ ਲੈ ਕੇ ਆਏ ਹਾਂ, ਚਲੋ ਉਹਨਾਂ ਕੋਲ ਰਿਕਾਰਡ ਹੈ ਜੀ ਵੀ ਹਾਂਜੀ ਕੁਝ ਬੱਚਿਆਂ ਨੂੰ ਜੋ ਪਿਛਲੇ ਸਾਲ ਕਲੀਅਰ ਨਹੀਂ ਕੀਤੇ ਤੇ ਇਸ ਸਾਲ ਫੇਲ ਹੋ ਗਏ, ਹੈ ਨਾ ਜੀ। ਅਸੀਂ ਸਾਡੇ ਕੋਲ ਮੈਜੋਰਿਟੀ ਆਫ ਕੈਂਡੀਡੇਟਸ ਦਾ ਅਸੀਂ ਰਿਕਾਰਡ ਗਵਰਨਮੈਂਟ ਨੂੰ ਵੀ ਅਸੀਂ ਰਿਪਰੈਜ਼ੈਂਟੇਸ਼ਨ ਦੇ ਦਿੱਤੀ। ਇਹਦੇ ਵਿੱਚ ਅਸੀਂ ਰਿਕਾਰਡ ਲੈ ਕੇ ਆਏ ਹਾਂ ਵੀ ਹਾਂਜੀ ਇਹ ਬੱਚੇ ਜਿਹੜੇ ਨੇ ਕਿ ਇਹਨਾਂ ਨੇ ਆਲਰੇਡੀ ਇੰਨੇ ਅਚੀਵਮੈਂਟਸ ਨੇ, ਇਹਨਾਂ ਕੋਲ ਪਿਛਲੇ ਵੀ ਪੇਪਰਾਂ ਵਿੱਚ ਇਹਨਾਂ ਨੇ ਟੌਪ ਕੀਤਾ ਹੈਗਾ, ਰੈਂਕ ਹੋਲਡਰਸ ਨੇ, ਆਲਰੇਡੀ ਜੌਬਸ 'ਤੇ ਨੇ, ਜਾਂ ਕੁਝ ਬੱਚੇ ਜੌਬ ਛੱਡ ਕੇ ਇੱਥੇ ਤਿਆਰੀ ਕਰਨ ਇਸ ਪੇਪਰ ਵਾਸਤੇ ਆਏ ਨੇ। ਸਗੋਂ ਅਸੀਂ ਤਾਂ ਜੀ ਇਸ ਚੀਜ਼ ਲਈ ਬਹੁਤ ਖੁਸ਼ ਹਾਂ ਵੀ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਆਈਆਂ, ਇਨਵੈਸਟੀਗੇਸ਼ਨ ਵਿੱਚ ਸਾਨੂੰ ਪਤਾ ਲੱਗਿਆ ਪੁਲਿਸ ਦੇ ਦੁਆਰਾ ਜੋ ਇਨਵੈਸਟੀਗੇਸ਼ਨ ਹੋਈ, ਪਹਿਲਾਂ ਵੀ ਪੇਪਰਾਂ ਦੇ ਵਿੱਚ ਹੋਇਆ। ਇਸ ਗਵਰਨਮੈਂਟ ਨੇ ਆਉਣ ਸਾਰ ਪਹਿਲਾਂ ਤਾਂ ਜੀ ਇਸ ਪੇਪਰ ਦੇ ਵਿੱਚ ਜੇ ਇਹ ਕੁਝ ਹੋਇਆ ਤਾਂ ਉਹਨਾਂ ਨੇ ਫਟਾਫਟ ਪਹਿਲਾਂ ਇਹਦੇ ਉੱਤੇ ਪ੍ਰੋਐਕਟਿਵ ਐਕਸ਼ਨ ਲਿਆ, ਗਲਤ ਬੰਦੇ ਫੜੇ। ਅਸੀਂ ਤਾਂ ਇਸ ਚੀਜ਼ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ, ਬਟ ਸਾਨੂੰ ਇਹ ਡਰ ਹੈ ਵੀ ਇਸ
ਮਤਲਬ ਜਿਹੜੇ ਇਹ ਬੰਦੇ ਫੜੇ ਨੇ ਇਹਨਾਂ ਦੇ ਚੱਕਰ ਦੇ ਵਿੱਚ ਅਸੀਂ ਜਿਹੜੇ ਜੈਨੂਇਨ ਕੈਂਡੀਡੇਟਸ ਆ ਸਾਡਾ ਨੁਕਸਾਨ ਨਾ ਹੋ ਜੇ। ਤੁਸੀਂ ਇਸ ਵਕਤ ਇਹ ਜਿਹੜੇ 69 ਕਹਿੰਦੇ, ਕਿਉਂਕਿ ਮੈਂ 9 ਅਗਰ ਕੱਢਾਂ 69 ਬਾਕੀ ਬਚ ਜਾਂਦੇ ਨੇ, ਉਹਨਾਂ ਦੇ ਵਿੱਚੋਂ ਕਿੰਨਿਆਂ ਦਾ ਡਾਟਾ ਤੁਹਾਡੇ ਕੋਲ ਆ ਚੁੱਕਾ ਹੈ ਜਾਂ ਉਹ ਸਾਰੇ ਤੁਹਾਡੇ ਲਿੰਕ ਦੇ ਵਿੱਚ ਹੈਗੇ ਨੇ? ਸਾਰੇ ਇਹੀ ਚੀਜ਼ ਚਾਹੁੰਦੇ ਨੇ ਕਿ ਜਿਹੜੀ 12 ਭਰਤੀਆਂ ਜਾਂ 9 ਭਰਤੀਆਂ ਜਿਹੜੀਆਂ ਗਲਤ ਨੇ ਉਹਨਾਂ ਨੂੰ ਕੱਟ ਕੇ ਬਾਕੀਆਂ ਨੂੰ ਰੱਖਿਆ ਜਾਵੇ? ਜੀ ਮੈਮ ਦੇਖੋ ਜੀ, ਪੇਪਰ 78,000 ਬੱਚਿਆਂ ਨੇ ਭਰਿਆ ਸੀਗਾ, ਉਹਦੇ ਵਿੱਚੋਂ ਹੁਣ ਮੈਜੋਰਿਟੀ ਆਫ ਪੀਪਲ ਨੇ ਜਿਹੜੇ ਕੈਂਡੀਡੇਟਸ ਨੇਗੇ ਉਹ ਸਾਰੇ ਅਲੱਗ-ਅਲੱਗ ਐਗਜ਼ਾਮਸ ਦਿੰਦੇ ਨੇ ਹਨਾ, ਆਪਾਂ ਸਾਰੇ ਅਲੱਗ-ਅਲੱਗ ਐਗਜ਼ਾਮਸ ਦਿੰਦੇ ਆ। ਉਹਦੇ ਵਿੱਚ ਮਤਲਬ ਇੱਕ ਦੂਜੇ ਨੂੰ ਹਰੇਕ ਜਾਣਦਾ ਹੁੰਦਾ, ਜਿਵੇਂ ਹੁਣ ਜਿਸ ਤਰ੍ਹਾਂ ਮੈਂ ਚੰਡੀਗੜ੍ਹ ਬੈਠ ਕੇ ਤਿਆਰੀ ਕਰ ਰਿਹਾ, ਕੋਈ ਪਟਿਆਲੇ ਬੈਠ ਕੇ ਕਰ ਰਿਹਾ, ਤਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ। ਠੀਕ ਹੈ ਜੀ। ਹੁਣ ਦੇਖੋ ਜਿਹੜੇ 78 ਦੇ 78 ਸਿਲੈਕਟ ਹੋਏ ਨੇ, ਅਸੀਂ ਸਾਰੇ ਇੱਕ ਦੂਜੇ ਨੂੰ ਨਹੀਂ ਜਾਣਦੇ ਹੈਗੇ, ਕਿਉਂਕਿ ਕੋਈ ਕਿਸ ਏਰੀਆ ਤੋਂ ਬਿਲੋਂਗ ਕਰਦਾ, ਕੋਈ ਕਿਸ ਏਰੀਆ ਤੋਂ ਬਿਲੋਂਗ ਕਰਦਾ। ਠੀਕ ਹੈ ਜੀ। ਜਿੰਨੇ ਕਿ ਸਾਨੂੰ ਮਿਲੇ, ਅਸੀਂ ਅਰਾਊਂਡ 45 ਤੋਂ 50 ਬੱਚਿਆਂ ਦਾ ਜਿਹੜਾ ਡਾਟਾ ਅਸੀਂ ਆਲਰੇਡੀ ਕਲੈਕਟ ਕਰ ਚੁੱਕੇ, ਜਿਹੜੇ ਸਾਡੇ ਕੰਟੈਕਟ ਦੇ ਵਿੱਚ ਆ ਗਏ, ਤੇ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਅਪੀਲ ਕਰ ਰਹੇ ਹਾਂ, ਹਾਂਜੀ ਸਾਡੇ ਨਾਲ ਮਤਲਬ ਜੁੜੋ ਤੇ ਅਸੀਂ ਆਪਣਾ ਡਾਟਾ ਦਿਓ ਤੇ ਅਸੀਂ ਮਤਲਬ ਅੱਗੇ ਆਪਣੀ ਰਿਪਰੈਜ਼ੈਂਟੇਸ਼ਨ ਰੱਖ ਸਕੀਏ ਵੀ ਅਸੀਂ ਜਿਹੜੇ ਆ ਜੈਨੂਇਨ ਕੈਂਡੀਡੇਟਸ ਹਾਂ। ਬੇਸਿਕਲੀ ਜੇਕਰ ਗੱਲ ਕਰੀਏ, ਤੁਸੀਂ ਕੀ ਚਾਹੁੰਦੇ ਹੋ? ਕਿਉਂਕਿ 9 ਜਿਹੜੇ ਨੇ ਉਹ ਤੁਸੀਂ ਕੀ ਚਾਹੁੰਦੇ ਹੋ ਕਿ ਉਹਨਾਂ ਦੀਆਂ ਭਰਤੀਆਂ ਨੂੰ ਛੱਡ ਕੇ ਉੱਤੇ ਦੁਬਾਰਾ ਭਰਤੀਆਂ ਹੋਣ, ਜਾਂ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੀ, ਕਿਉਂਕਿ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਐਗਜ਼ਾਮ ਹੋਏਗਾ ਸਾਰੀਆਂ ਚੀਜ਼ਾਂ ਦੁਬਾਰਾ ਤੋਂ ਕੀਤੀਆਂ ਜਾਣਗੀਆਂ ਸਿਰੇ ਤੋਂ, ਤੁਹਾਡੀ ਕੀ ਮੰਗ ਕੀ ਹੈਗੀ ਹੈ ਸਰਕਾਰ ਤੋਂ? ਫਿਲਹਾਲ ਤਾਂ ਜਿਵੇਂ 9 ਸ਼ੱਕੀ ਜਿਹੜੇ ਕੈਂਡੀਡੇਟਸ ਇਹਨਾਂ ਨੇ ਮਤਲਬ ਅੰਡਰ ਇਨਵੈਸਟੀਗੇਸ਼ਨ ਨੇ, ਅਸੀਂ ਇਹੀ ਚਾਹੁੰਦੇ ਹਾਂ ਵੀ ਉਹਨਾਂ ਦੀ ਵੈਕੈਂਸੀਜ਼ ਨੂੰ ਹੋਲਡ ਤੇ ਰੱਖ ਕੇ ਸਾਡੀ ਜੁਆਇਨਿੰਗ ਇਨੀਸ਼ੀਏਟ ਕੀਤੀ ਜਾਵੇ। ਦੈਟ ਟੂ ਸਾਡੀ ਪੂਰੀ ਇੰਟਰੋਗੇਸ਼ਨ 78 ਕੈਂਡੀਡੇਟਸ ਦੀ ਕੀਤੀ ਜਾਵੇ। ਜੇ ਅਸੀਂ ਸਾਫ਼ ਸੁਥਰੇ ਨਿਕਲਦੇ ਹਾਂ ਤਾਂ ਸਾਡੀ ਜੁਆਇਨਿੰਗ ਨਾ ਰੋਕੀ ਜਾਵੇ ਕਿਸੇ ਵੀ। ਐਂਡ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਵੀ ਪੇਪਰ ਦੁਬਾਰਾ ਹੋਏਗਾ ਤੇ ਦੁਬਾਰਾ ਚੀਟਿੰਗ ਕੇਸਿਸ ਨਹੀਂ ਹੋਣਗੇ, ਬਿਕੋਜ਼ ਆ ਜਿਹੜੇ 9 ਇੰਡੀਵਿਜੂਅਲਸ ਦਾ ਨਾਮ ਆ ਰਿਹਾ, ਸਾਰਿਆਂ ਨੇ ਇੰਡੀਵਿਜੂਅਲ ਲੈਵਲ ਤੇ ਚੀਟਿੰਗ ਕੀਤੀ ਹੈ, ਕੋਈ ਮਾਸ ਚੀਟਿੰਗ ਨਹੀਂ ਸੀ। ਇਹ ਕੇਸਿਸ ਅਗਲੀ ਵਾਰ ਵੀ ਹੋ ਸਕਦੇ ਨੇ। ਅਗਰ ਰੀਕੰਡਕਟ ਕਰਾਉਣ ਦੀ ਗੱਲ ਕਰਦੇ ਹਾਂ, ਬਹੁਤ ਵੱਡਾ ਇੱਕ ਕਾਸਟ ਆਏਗਾ ਐਡਮਿਨਿਸਟ੍ਰੇਟਿਵ, ਤੇ ਉਹ ਵੀ ਫਿਰ ਵੀ ਕੋਈ ਗਾਰੰਟੀ ਨਹੀਂ ਹੋਏਗੀ ਕਿ ਉਹਦੇ ਵਿੱਚ ਵੀ ਸਾਰੇ ਜਿਹੜੇ ਇੰਡੀਵਿਜੂਅਲ ਕੇਸਿਸ ਨਾ ਹੋਣ ਚੀਟਿੰਗ ਦੇ। ਇਸ ਕਰਕੇ ਸਾਡੀ ਇਹੀ ਮੰਗ ਹੈ ਵੀ ਜਿਹੜੇ ਅੰਡਰ ਇਨਵੈਸਟੀਗੇਸ਼ਨ ਨੇ ਉਹਨਾਂ ਦੀ ਵੈਕੈਂਸੀਜ਼ ਨੂੰ ਹੋਲਡ ਤੇ ਰੱਖ ਕੇ ਸਾਡੀ ਜੁਆਇਨਿੰਗ ਇਨੀਸ਼ੀਏਟ ਕੀਤੀ ਜਾਵੇ, ਜਿਨ੍ਹਾਂ ਨੇ ਬਹੁਤ ਸਾਲ ਮਿਹਨਤ ਕਰਕੇ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ। ਤੁਸੀਂ ਕਿਹਾ ਕਿ ਤੁਹਾਡੀ ਵੀ ਜੇਕਰ ਇਨਕੁਆਇਰੀ ਕਰਾਈ ਜਾਂਦੀ ਹੈ ਜਾਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਪੂਰਾ ਵੈਲਕਮ ਹੈ ਕਰਨ ਦਾ। ਕੀ ਪੱਖ ਜੇਕਰ ਤੁਸੀਂ ਦੇਖਦੇ ਹੋ ਕਿ ਕਿੱਥੇ ਤੱਕ ਐਕਸਟ੍ਰੀਮ ਲੈਵਲ, ਕਿਉਂਕਿ ਇਹਦੇ ਵਿੱਚ ਹੋ ਸਕਦਾ ਕਿ ਲਾਈ ਡਿਟੈਕਟਰ ਟੈਸਟ ਵੀ ਕਰਵਾਉਣਾ ਪਵੇ, ਹੋਰ ਪੱਖ ਵੀ ਬੜੇ ਹੋ ਸਕਦੇ ਨੇ ਜਿਹੜੇ ਸਰਕਾਰ ਦੇ ਵੱਲੋਂ ਕੰਡਕਟ ਕੀਤੇ ਜਾਣਗੇ, ਸਾਰਿਆਂ ਦੇ ਵਾਸਤੇ ਤਿਆਰ ਹੋ ਜਾਂ ਜਿੰਨੇ, ਕਿਉਂਕਿ ਹਜੇ ਤੱਕ 50 ਮੈਂਬਰ ਜਿਹੜੇ ਨੇ ਉਹਨਾਂ ਦਾ ਡਾਟਾ ਇਕੱਠਾ ਹੋਇਆ, ਉਹ ਸਾਰਿਆਂ ਨਾਲ ਵੀ ਇਹਦੇ ਬਾਰੇ ਗੱਲ ਹੋਈ ਹੈ ਕਿ ਸਾਰੇ ਇਸ ਇਨਵੈਸਟੀਗੇਸ਼ਨ ਲਈ ਤਿਆਰ ਹੋਣਗੇ? ਹਾਂਜੀ ਮੈਮ, ਫਿਲਹਾਲ ਜਿੰਨੇ ਵੀ ਕੈਂਡੀਡੇਟ ਸਾਡੇ ਕੰਟੈਕਟ 'ਚ ਆਏ ਨੇ, ਸਭ ਦਾ ਇੱਕੋ ਵਿਊ ਹੈ ਕਿ ਅਗਰ ਗਵਰਨਮੈਂਟ ਸਾਨੂੰ ਬੁਲਾਉਂਦੀ ਹੈ ਜਾਂ ਪੁਲਿਸ ਏਜੰਸੀ ਸਾਨੂੰ ਬੁਲਾਉਂਦੀਆਂ ਨੇ, ਅਸੀਂ ਹਰ ਤਰ੍ਹਾਂ ਦੀ ਇੰਟਰੋਗੇਸ਼ਨ ਲਈ, ਇਨਵੈਸਟੀਗੇਸ਼ਨ ਲਈ ਤਿਆਰ ਹਾਂ। ਭਾਵੇਂ ਸਾਡੇ ਲਾਈ ਡਿਟੈਕਟਰ ਟੈਸਟ ਹੋ ਜਾਣ, ਭਾਵੇਂ ਕਿਸੇ ਵੀ ਤਰ੍ਹਾਂ ਦਾ ਜੋ ਵੀ ਇਨਵੈਸਟੀਗੇਟਿੰਗ ਏਜੰਸੀਜ਼ ਚਾਹੁੰਦੀਆਂ ਨੇ, ਅਸੀਂ ਉਸ ਤਰ੍ਹਾਂ ਦੇ ਹਰ ਚੀਜ਼ ਵਾਸਤੇ ਤਿਆਰ ਹਾਂ। ਸਾਨੂੰ ਪ੍ਰੋਪਰ ਫਿਲਟਰ ਆਊਟ ਕਰਕੇ ਕੱਢਿਆ ਜਾਵੇ, ਬਿਕੋਜ਼ ਕੱਲ੍ਹ ਨੂੰ ਅਸੀਂ ਵੀ ਜੌਬ ਕਰਨੀ, ਅਸੀਂ ਨਹੀਂ ਚਾਹੁੰਦੇ ਵੀ ਸਾਡੇ 'ਤੇ ਉਹ ਬਲੌਟ ਰਹੇ। ਅਸੀਂ ਬੜੀ ਸਾਫ਼ ਸੁਥਰੀ ਤਰੀਕੇ ਨਾਲ ਇੱਥੇ ਆਏ ਹਾਂ ਤੇ ਅਸੀਂ ਅੱਗੇ ਵੀ ਉਵੇਂ ਹੀ ਜੌਬ ਕਰਨਾ ਚਾਹੁੰਦੇ ਹਾਂ। ਜਿਹੜੇ ਦੂਜਾ ਪੱਖ ਹੈ ਜਿਨ੍ਹਾਂ ਨੇ ਇਹ ਕੰਪਲੇਂਟ ਦਰਜ ਕੀਤੀ ਸੀ ਔਰ ਜਿਨ੍ਹਾਂ ਨੇ ਇਹ ਸਾਰਾ ਮੁੱਦਾ ਸਾਹਮਣੇ ਲੈ ਕੇ ਆਂਦਾ ਕਿ 12 ਕੈਂਡੀਡੇਟ ਜਿਹੜੇ ਨੇ, ਭਾਵੇਂ ਉਹਨਾਂ ਦੇ ਵਿੱਚੋਂ 9 ਦਾ ਸਾਹਮਣੇ ਆ ਗਿਆ, ਪਰ ਉਹਨਾਂ ਦੇ ਵੱਲੋਂ ਰਜਿਸਟਰ ਕਰਾਇਆ ਗਿਆ ਕਿ 12 ਕੈਂਡੀਡੇਟ ਨੇ ਟੋਟਲ, ਉਹਨਾਂ ਦੇ ਵੱਲੋਂ ਜੇਕਰ ਇਹਦੇ ਉੱਤੇ ਲੀਗਲ ਐਕਸ਼ਨ ਅੱਗੇ ਲਿਆ ਜਾਂਦਾ, ਕਿਉਂਕਿ ਉਹਨਾਂ ਦੀ ਹਜੇ ਵੀ ਇਹ ਮੰਗ ਆ ਕਿ ਹੁਣ ਵੀ ਇਨਕੁਆਇਰੀ ਕੀਤੀ ਜਾਵੇ, ਜਿਹੜੇ ਪਹਿਲਾਂ ਪੇਪਰ ਹੋਏ ਨੇ ਜਾਂ ਜਿਹੜੇ ਦੂਜੇ ਪੇਪਰ ਹੋਣੇ ਨੇ ਉਹਨਾਂ ਦੇ ਵਿੱਚ ਵੀ ਜੈਮਰ ਔਰ ਸਾਰੀ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਜੇਕਰ ਉਹ ਕੋਈ ਲੀਗਲ ਰੁਖ ਅਪਣਾਉਂਦੇ ਨੇ ਤੇ ਤੁਹਾਡਾ ਕੀ ਉਹਦੇ ਵਿੱਚ ਐਕਸ਼ਨ ਰਹੇਗਾ? ਪਹਿਲਾਂ ਤਾਂ ਮੈਮ ਸਾਡੀ ਗੌਰਮੈਂਟ ਕੋਲੋਂ ਮੰਗ ਹੈ ਕਿ ਜਿਹੜੇ ਬੰਦੇ ਜੈਨੂਇਨ ਨੇ ਉਹਨਾਂ ਨੂੰ ਜੁਆਇਨ ਕਰਾਇਆ ਜਾਵੇ। ਜਿਹੜੇ ਦੂਜੇ ਗਰੁੱਪ ਵਾਲੇ ਸਟੂਡੈਂਟਸ ਨੇ ਉਹਨਾਂ ਨੇ ਪੁਰਾਣਾ ਡਾਟਾ ਦੇਖਿਆ ਕਿ ਕਿਹੜੇ ਬੱਚੇ ਪਟਵਾਰੀ 'ਚੋਂ ਜਾਂ ਦੂਜੇ ਐਗਜ਼ਾਮ 'ਚੋਂ ਜਿੰਦੇ ਘੱਟ ਨੰਬਰ ਨੇ, ਤਾਂ ਉਹਨਾਂ ਨੇ ਨਾਇਬ ਤਹਿਸੀਲਦਾਰ 'ਚੋਂ ਟੋਪ ਕਿਵੇਂ ਕਰ ਲਿਆ। ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਮੈਂ 2016 'ਚ 3 ਪੇਪਰ ਕਲੀਅਰ ਕੀਤੇ ਸੀਗੇ, ਇੱਕ ਪਟਵਾਰੀ ਦਾ, ਇੱਕ ਪੰਚਾਇਤ ਸੈਕਟਰੀ ਦਾ, ਇੱਕ ਇੰਟੈਲੀਜੈਂਸ ਅਸਿਸਟੈਂਟ ਦਾ। ਉਸ ਤੋਂ ਬਾਅਦ ਮੈਨੂੰ ਸੀਗਾ ਕਿ ਮੈਨੂੰ B ਗਰੁੱਪ ਜਾਂ A ਗਰੁੱਪ ਦੀ ਜੋਬ ਮਿਲੇ। ਉਸ ਤੋਂ ਬਾਅਦ ਜਦੋਂ ਨਾਇਬ ਤਹਿਸੀਲਦਾਰ ਦੀ ਪੋਸਟਾਂ ਨਿਕਲੀਆਂ ਤਾਂ ਮੈਂ ਤਿਆਰੀ ਸ਼ੁਰੂ ਕੀਤੀ, ਤਾਂ ਰੱਬ ਦੀ ਮਿਹਰ ਨਾਲ ਕਲੀਅਰ ਵੀ ਹੋ ਗਿਆ। ਤੇ ਬਾਕੀ ਇਨਵੈਸਟੀਗੇਸ਼ਨ ਏਜੰਸੀਜ਼ ਜਿਹੜੀਆਂ ਨੇ ਉਹ ਆਪਣੀ ਜਾਂਚ ਕਰ ਰਹੀਆਂ ਨੇ। ਜਿਹੜੇ ਹਜੇ ਤੱਕ ਅਖਬਾਰ 'ਚ ਖਬਰ ਆਈ ਹੈ ਕਿ 9 ਬੰਦੇ ਜਿਹੜੇ ਆ ਕਲਪ੍ਰਿਟ ਪਾਏ ਗਏ ਨੇ, ਤਾਂ ਬਾਕੀ ਉਹ ਜਾਂਚ ਕਰ ਰਹੀਆਂ ਨੇ। ਸਾਨੂੰ ਪੂਰਾ ਭਰੋਸਾ ਹੈ ਸਰਕਾਰ ਤੇ, ਇਨਵੈਸਟੀਗੇਸ਼ਨ ਏਜੰਸੀਆਂ ਤੇ, ਪੰਜਾਬ ਪੁਲਿਸ ਤੇ, ਕਿ ਜਿਹੜੇ ਬੱਚੇ ਨੇ ਚੀਟਿੰਗ ਕੀਤੀ ਹੈ ਉਹਨਾਂ ਨੂੰ ਅਲੱਗ ਕਰਕੇ ਜਿਹੜੇ ਜੈਨੂਇਨ ਕੈਂਡੀਡੇਟਸ ਨੇ ਉਹਨਾਂ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ ਤੇ ਸਾਡੀ ਜੁਆਇਨਿੰਗ ਜਲਦੀ ਕਰਵਾਈ ਜਾਵੇਗੀ। ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ 78 ਸਿਲੈਕਟਡ ਕੈਂਡੀਡੇਟਸ ਨੇ ਉਹਨਾਂ ਦੀ ਜਿਹੜੀ ਜਾਂਚ ਕੀਤੀ ਜਾਵੇ ਸਰਕਾਰ ਵੱਲੋਂ, ਤਾਂ ਜੋ ਕੋਈ ਵੀ ਕਲਪ੍ਰਿਟ ਜਾਂ ਕੋਈ ਵੀ ਗਲਤ ਬੱਚਾ ਅੱਗੇ ਨਾ ਜਾਵੇ। ਜਿਹੜੇ ਬਸ ਜੈਨੂਇਨ ਕੈਂਡੀਡੇਟਸ ਨੇ ਉਹੀ ਸਿਲੈਕਟ ਹੋਣ। ਲੱਗਦਾ ਨਹੀਂ ਕਿਤੇ ਨਾ ਕਿਤੇ ਜਿਸ ਵਕਤ ਆਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਹੋ ਤੇ ਜਿਹੜੀਆਂ ਤੁਸੀਂ ਬਹਿ ਕੇ ਅੱਖਾਂ ਕਾਲੀਆਂ ਕੀਤੀਆਂ ਪੜ੍ਹ ਕੇ, ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਨਾਲ ਧੋਖਾ ਹੋ ਰਿਹਾ, ਇਨਸਾਫ ਨਹੀਂ ਹੋ ਰਿਹਾ, ਅੰਦਰੋਂ ਫੀਲਿੰਗ ਇਹ ਆ ਰਹੀ ਹੈ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲੀਆਂ ਸੀਗੀਆਂ? ਮੈਮ ਦੇਖੋ, ਜਿਹੜਾ
75,000 ਬੱਚੇ ਨੇ ਪੇਪਰ ਭਰਿਆ ਸੀਗਾ, ਜਿਹਦੇ ਚੋਂ 41,000 ਬੱਚਾ ਅਪੀਅਰ ਹੋਇਆ ਸੀਗਾ ਪੇਪਰ ਦੇਣ ਲਈ। ਹੁਣ 7 ਤੋਂ 10 ਬੱਚੇ ਜਿਹੜਾ ਨੇ ਚੀਟਿੰਗ ਕਰਕੇ ਜਾਂ ਉਹਦੇ ਇੰਡੀਵਿਜੂਅਲ ਗਲਤੀ ਕਰਕੇ ਉਹਨਾਂ ਨੇ ਚੀਟਿੰਗ ਕੀਤੀ ਹੈ, ਇਹਦਾ ਦੋਸ਼ ਬਾਕੀ ਬੱਚੇ ਤਾਂ ਕਸੂਰਵਾਰ ਨਹੀਂ ਹੈਗੇ। ਬਾਕੀ ਬੱਚੇ ਦੀ ਜੁਆਇਨਿੰਗ ਤਾਂ ਬਣਦੀ ਹੈ। ਇਸ 'ਚ ਨਾ ਤਾਂ PPSC ਦੀ ਇਨਵੋਲਵਮੈਂਟ ਪਾਈ ਗਈ ਹੈ, ਨਾ ਗਵਰਨਮੈਂਟ ਲੈਵਲ ਦੀ ਇਨਵੋਲਵਮੈਂਟ ਪਾਈ ਗਈ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਚੰਗੀ ਤਰ੍ਹਾਂ ਜਾਂਚ ਕਰਨ 78% ਦੀ। ਜਿਹੜੇ ਬੰਦੇ ਗਲਤ ਪਾਏ ਜਾਂਦੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਜਿਹੜੇ ਜੈਨੂਅਨ ਉਹਨਾਂ ਦੀ ਜੁਆਇਨਿੰਗ ਕਰਵਾਈ ਜਾਵੇ। ਬਿਲਕੁਲ, ਜੇਕਰ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਗੱਲ ਕਰਦੇ ਹਾਂ, ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਬੜਾ ਉਹ ਹੋਊਗਾ ਕਿ 78 ਮੈਂਬਰਾਂ ਦੇ ਵਿੱਚ 78 ਜਿਹੜੀਆਂ ਭਰਤੀਆਂ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆ ਗਿਆ। ਜਿਸ ਵਕਤ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਸੁਣੀਆਂ, ਉਹਨਾਂ ਦਾ ਕੀ ਰਵੱਈਆ ਰਿਹਾ? ਕਿਉਂਕਿ ਉਹਨਾਂ ਦੀ ਪਰਿਵਾਰ ਦੀ ਮਿਹਨਤ ਬਹੁਤ ਹੁੰਦੀ ਹੈ ਇੱਕ ਬੱਚੇ ਦੇ ਪਿੱਛੇ। ਦੇਖੋ ਜੀ, ਅਸੀਂ ਪਿਛਲੇ 5 ਸਾਲਾਂ ਤੋਂ ਇੱਥੇ ਲੱਗੇ ਹੋਏ ਹਾਂ, ਠੀਕ ਹੈ ਜੀ, ਮਿਹਨਤ ਕਰ ਰਹੇ ਹਾਂ। ਤੁਸੀਂ ਹੁਣ ਆਪਾਂ ਦੇਖ ਹੀ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਯੂਥ ਬਾਹਰ ਜਾ ਰਿਹਾ, ਇਸੇ ਗੱਲ ਤੋਂ ਡਰ ਕੇ ਭੱਜ ਕੇ ਬਾਹਰ ਜਾ ਰਿਹਾ ਵੀ ਹਾਂਜੀ ਇੱਥੇ ਇਹ ਕੰਮ ਹੋ ਰਿਹਾ ਜਾਂ ਕੁਝ ਵੀ ਹੈ ਨਾ। ਸਗੋਂ ਇਹ ਬਹੁਤ ਚੰਗੀ ਗੱਲ ਹੋਈ ਵੀ ਇੱਕ ਸਰਕਾਰ ਨੇ ਅੱਗੇ ਆ ਕੇ ਇਸ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਹੁਣ ਦੇਖੋ ਜੀ, ਅਸੀਂ ਇੱਥੇ ਤੱਕ ਪਹੁੰਚੇ, ਪਹਿਲਾਂ ਚਲੋ ਇੱਕ ਦਿਨ ਰਿਜ਼ਲਟ ਆਇਆ, 2 ਦਿਨ ਅਸੀਂ ਬਹੁਤ ਖੁਸ਼ੀ ਮਨਾਈ, ਪਰਿਵਾਰ ਦੇ ਮੈਂਬਰਾਂ ਨੇ, ਰਿਸ਼ਤੇਦਾਰਾਂ ਦਾ ਫੋਨ ਆਇਆ, ਹੋਰ ਹੋਇਆ ਹੈ ਨਾ। ਪਰ ਜਦੋਂ ਇਹ ਰੌਲਾ ਪੈਣ ਲੱਗਿਆ ਤਾਂ ਹੁਣ ਇੱਕ ਮੈਂਟਲ ਹਰਾਸਮੈਂਟ ਹੋ ਰਹੀ ਹੈ ਸਾਨੂੰ ਸਾਰਿਆਂ ਨੂੰ। ਚਲੋ ਅਸੀਂ ਜਿਹੜੇ ਕੈਂਡੀਡੇਟਸ ਆ ਸਾਡੇ ਤਾਂ ਹੋਣੀ ਆ, ਈਵਨ ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਇਹਦਾ ਫੇਸ ਕਰਨਾ ਪੈ ਰਿਹਾ ਹੈਗਾ। ਲੋਕੀ ਪੁੱਛਦੇ ਆ ਹਾਂਜੀ ਜਿਹੜੇ 78 ਦੇ ਵਿੱਚ ਹੋਇਆ ਹੈਗਾ ਕੀ ਇਹ ਸੱਚ ਹੈ ਜਾਂ ਝੂਠ ਹੈ ਨਾ। ਹੁਣ ਜਿਹੜੇ ਅਸੀਂ ਮਿਹਨਤ ਕਰਕੇ ਤੱਕ ਪਹੁੰਚੇ ਹਾਂ, ਸਾਡਾ ਤਾਂ ਮਤਲਬ ਇਹਦੇ ਵਿੱਚ ਮਤਲਬ ਮੈਂਟਲੀ ਹਰਾਸਮੈਂਟ ਹੋ ਰਹੀ ਹੈ ਸਾਡੇ ਤਾਂ। ਹਾਂਜੀ ਹਾਂਜੀ। ਤੇ ਦੂਜੇ ਪਾਸੇ ਜੇਕਰ ਮੈਂ ਆਖਿਰ ਦੇ ਵਿੱਚ ਗੱਲ ਕਰਾਂ, ਜੇਕਰ ਜਿਸ ਤਰੀਕੇ ਨਾਲ ਤੁਸੀਂ ਆਪਣੀ ਮੰਗ ਰੱਖ ਰਹੇ ਹੋ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਜੇਕਰ ਲੋੜ ਹੈ ਸਾਡੀ ਵੀ ਕਰਵਾਓ, ਲੇਕਿਨ ਸਾਡੀਆਂ ਭਰਤੀਆਂ ਨੂੰ ਕੈਂਸਲ ਨਾ ਕੀਤਾ ਜਾਵੇ, ਜੇਕਰ ਸਰਕਾਰ ਇਸ ਮੰਗ ਨੂੰ ਨਹੀਂ ਮੰਨਦੀ ਤੇ ਤੁਹਾਡਾ ਅਗਲਾ ਐਕਸ਼ਨ ਕੀ ਰਹੇਗਾ? ਦੇਖੋ ਜੀ, ਸਾਨੂੰ ਸਰਕਾਰ ਤੇ ਪੂਰਾ ਟਰਸਟ ਹੈ। ਸਰਕਾਰ ਇਸੇ ਲਈ ਇਕੱਲੇ ਬੰਦੇ ਦੀ ਸਕਰੂਟਨੀ ਕਰ ਰਹੀ ਹੈ। ਜੇ ਸਰਕਾਰ ਨੇ ਸਾਨੂੰ ਰੱਖਣਾ ਇਸੇ ਲਈ ਸਕਰੂਟਨੀ ਕਰ ਰਹੀ ਹੈ ਵੀ ਜਿਹੜਾ ਬੰਦਾ ਗਲਤ ਹੈ ਉਹਨੂੰ ਕੱਢ ਕੇ ਸਹੀ ਰੱਖਿਆ ਜਾਵੇ। ਬਾਕੀ CM ਸਾਹਿਬ ਦਾ ਬਿਆਨ ਵੀ ਸੀਗਾ, ਉਹਨਾਂ ਨੇ ਇਹ ਵੀ ਕਿਹਾ ਵੀ ਸਿਰਫ ਅਸੀਂ ਜੈਨੂਅਨ ਕੈਂਡੀਡੇਟਸ ਨੂੰ ਰੱਖਾਂਗੇ। ਜਦੋਂ ਆਪਾਂ ਸੁਣ ਹੀ ਰਹੇ ਹਾਂ ਅੱਜ ਕੱਲ੍ਹ ਵੀ ਹਾਂਜੀ ਸਾਡੇ ਪੰਜਾਬ ਦੇ ਵਿੱਚ ਹੁਣ ਉਹ ਜਿੰਨੇ ਵੀ ਘਟਾਲੇ ਨੇ ਸਭ ਫੜਨਗੇ, ਤਾਂ ਉਹਨਾਂ ਨੇ ਇਹ ਵੀ ਇੱਕ ਘਟਾਲਾ ਸੀ ਜਿਹੜਾ ਫੜਿਆ। ਤਾਂ ਅਸੀਂ ਬਾਕੀ ਇਹ ਉਮੀਦ ਕਰਦੇ ਹਾਂ ਜਿਹੜੇ ਅਸੀਂ ਬਿਲਕੁਲ ਸਹੀ ਬੱਚੇ ਹਾਂ, ਜੈਨੂਅਨ ਕੈਂਡੀਡੇਟਸ ਹਾਂ, ਸਾਡਾ ਮਤਲਬ ਧਿਆਨ ਰੱਖਿਆ ਨਾਲ ਜਾਵੇ ਤੇ ਸਾਨੂੰ ਛੇਤੀ ਜੁਆਇਨਿੰਗ ਕਰਵਾਈ ਜਾਵੇ। ਬਿਲਕੁਲ, ਅਸੀਂ ਜਿਨ੍ਹਾਂ ਦੀ ਭਰਤੀਆਂ 78 ਕੈਂਡੀਡੇਟ ਦੇ ਵਿੱਚ ਹੋਈਆਂ ਨਾਇਬ ਤਹਿਸੀਲਦਾਰਾਂ ਵਾਸਤੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਸਿੱਧੇ ਤੌਰ ਤੇ ਇਹੀ ਕਹਿ ਰਹੇ ਨੇ ਕਿ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਬਿਲਕੁਲ ਸਹੀ ਹੈਗੀ ਆ, ਲੇਕਿਨ ਉਸ ਇਨਵੈਸਟੀਗੇਸ਼ਨ ਦੇ ਨਾਲ ਸਾਡਾ ਵੀ ਧਿਆਨ ਰੱਖਿਆ ਜਾਵੇ। ਅਸੀਂ ਜੇਕਰ ਮਿਹਨਤ ਕਰਕੇ ਪੇਪਰ ਕਲੀਅਰ ਕੀਤਾ ਆ ਤੇ ਸਾਨੂੰ ਸਾਡੀਆਂ ਭਰਤੀਆਂ ਜੁਆਇਨਿੰਗਾਂ ਕਰਾਈਆਂ ਜਾਣ। ਸਾਡਾ ਵੀ ਜੇਕਰ ਲੋੜ ਪਵੇ ਸਾਡੀ ਵੀ ਇਨਵੈਸਟੀਗੇਸ਼ਨ ਕਰਵਾਈ ਜਾਵੇ। ਜੋ ਚੀਜ਼ਾਂ ਆਪਣੇ ਪੱਖ ਤੋਂ ਸਰਕਾਰ ਕਰਨਾ ਚਾਹੁੰਦੀ ਹੈ ਉਹ ਬਿਲਕੁਲ ਕਰੇ, ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਵਿੱਚ, ਸਕੈਮ ਦੇ ਵਿੱਚ ਸਾਡੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ। ਵੀਡੀਓ ਜਰਨਲਿਸਟ ਜਸਪ੍ਰੀਤ ਮੰਗਟ ਦੇ ਨਾਲ ਅਨੂਜਾ ਸ਼ਰਮਾ, ਗਲੋਬਲ ਪੰਜਾਬ TV, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।